चलो हम आप डिस्कस करांगे पार्ट्स ऑफ स्पीच। ठीक है जी, ਜਿਹੜੇ ਪਾਰਟਸ ਆਫ ਸਪੀਚ ਹੈ ਸਾਡੇ ਕੋਲ ਟੋਟਲ ਹੈਗੇ 8 ਪਾਰਟਸ ਆਫ ਸਪੀਚ। ਹਰ ਪਾਰਟਸ ਆਫ ਸਪੀਚ ਦਾ ਜਿਹੜਾ ਤੁਹਾਨੂੰ ਆਈਡੀਆ ਹੈ ਉਹ ਬਹੁਤ ਜ਼ਿਆਦਾ ਕ੍ਰਿਸਟਲ ਕਲੀਅਰ ਹੋਣਾ ਚਾਹੀਦਾ, ਤਦੇ ਤੁਹਾਨੂੰ ਉਹਦਾ ਬੈਨੀਫਿਟ ਹੈ। ਹੁਣ ਫਸਟ ਪਾਰਟ ਕੀ ਹੈ? ਫਸਟ ਇਜ਼ ਨਾਉਨ। ਨਾਉਨ ਦਾ ਮਤਲਬ ਹੁੰਦਾ ਹੈ ਕਿਸੇ ਵੀ ਚੀਜ਼ ਦਾ ਨਾਮ, ਕਿਸੇ ਵੀ ਚੀਜ਼ ਦਾ ਨਾਮ। ਦੁਨੀਆ 'ਚ ਦੋ ਹੀ ਤਰ੍ਹਾਂ ਦੀਆਂ ਚੀਜ਼ਾਂ ਹੈ, ਜਾਂ ਤਾਂ ਇਨਸਾਨ ਹੈ ਜਾਂ ਚੀਜ਼ਾਂ ਹੈ। ਤਾਂ ਇਨਸਾਨ ਨੇ ਆਪਣੇ ਵੀ ਨਾਂ ਰੱਖੇ ਹੈ ਤੇ ਇਨਸਾਨ ਨੇ ਚੀਜ਼ਾਂ ਦਾ ਵੀ ਨਾਂ ਰੱਖਿਆ, ਚਾਹੇ ਉਹ ਟੇਬਲ है, चाहे वो चेयर है, वो जैकेट है, टोपी है, गुरु ग्रंथ साहब है, गुरु गोबिंद सिंह है, पहाड़ है, हिमालय है, कुछ भी है, हर चीज़ का नाम होता। ठीक है जी। तो नाम नॉर्मल नाम भी हो सकता, खास नाम भी हो सकता, एब्सट्रैक्ट नाम भी हो सकता। ठीक है, किसी भी चीज़ का नाम है तो पंजाबी च अपन कहना भी किसी भी चीज़ का नाम कुछ भी हो सकता है, वो होता नाउन। हुण नंबर 2 ते होंदा प्रोनाउन। प्रोनाउन ਪ੍ਰੋਨਾउन ਦਾ ਮਤਲਬ ਪੰਜਾਬੀ ਚ ਆਪਾਂ ਕਹਿੰਦੇ ਪੜਨਾ। ਇੱਕ ਵਾਰੀ ਅਸੀਂ ਨਾਉਨ ਯੂਜ਼ ਕਰਦੇ ਹਾਂ, ਉਸ ਤੋਂ ਬਾਅਦ ਅਸੀਂ ਸਾਰੇ ਪ੍ਰੋਨਾउन ਯੂਜ਼ ਕਰਦੇ ਹਾਂ। ਜਦੋਂ ਵੀ ਤੁਸੀਂ ਮੇਰੇ ਨਾਲ ਸਪੀਕਿੰਗ ਕਰਦੇ ਹੋ, ਸਭ ਤੋਂ ਵੱਡੀ ਤੁਹਾਡੀ ਪ੍ਰੋਬਲਮ ਕੀ ਹੁੰਦੀ ਹੈ? ਮਾਈ ਸਿਟੀ ਇਜ਼ ਜਲੰਧਰ, ਜਲੰਧਰ ਇਜ਼ ਦਿਸ, ਜਲੰਧਰ ਇਜ਼ ਦੈਟ। ਇੱਕ ਵਾਰੀ ਆ ਪੱਕਾ ਨਾਉਨ ਆਉਂਦਾ ਪੰਜਾਬੀ ਸ਼ਬਦ ਵੀ, ਇੱਕ ਵਾਰੀ ਪੱਕਾ ਨਾਉਨ ਆਉਂਦਾ, ਉਸ ਤੋਂ ਬਾਅਦ ਜਿੰਨਾ ਵੀ ਤੁਸੀਂ ਲਿਖਣਾ ਹੈ ਉਹ ਸਾਰਾ ਪ੍ਰੋਨਾउन ਦੇ ਵਿੱਚ ਲਿਖਿਆ ਜਾਊਗਾ। ਹੁਣ ਸਪੋਜ਼ ਕਈ ਵਾਰੀ ਆਪਣਾ ਰਾਈਟਿੰਗ ਦੇ ਵਿੱਚ ਟੌਪਿਕ ਪੀਪਲ ਤੇ ਹੁੰਦਾ, ਤਾਂ ਜਿਹੜੀ ਸਾਡੀ ਪਹਿਲੀ ਲਾਈਨ ਹੈ ਨਾ ਉਹ ਪੀਪਲ ਤੇ ਆਣੀ ਚਾਹੀਦੀ ਹੈ। ਦੂਸਰੀ ਲਾਈਨ ਵਿੱਚ ਦੇ ਆਊਗਾ, ਮੁੜ ਕੇ ਪੀਪਲ ਕਿਤੇ ਨਹੀਂ ਆਣਾ ਚਾਹੀਦਾ। ਦੈਟ ਮੀਨਸ ਪੰਜਾਬੀ ਵਿੱਚ ਜਿਵੇਂ ਤੁਹਾਨੂੰ ਸਮਝਾਤਾ ਉਹਦੇ ਵਿੱਚ ਕੀ ਵੀ ਇੱਕ ਵਾਰੀ ਪ੍ਰੋਪਰ ਨਾਉਨ ਲਗਾਣਾ ਤੇ ਫਿਰ ਦੂਸਰੀ ਵਾਰੀ ਸਾਰਾ ਪ੍ਰੋਨਾउन ਚੱਲਣਾ। ਹੁਣ ਜਦੋਂ ਵੀ ਆਪਾਂ ਟਾਸਕ ਲਿਖਦੇ ਆ, ਆਪਣਾ ਇੰਟਰੋਡਕਸ਼ਨ ਹੋ ਗਈ ਜਾਂ ਆਪਣਾ BP1 ਹੋ ਗਿਆ, BP2 ਹੋ ਗਿਆ। ਹੁਣ ਪੀਪਲ ਦੇ ਟੌਪਿਕ ਸੀਗਾ ਤਾਂ ਪਹਿਲੀ ਲਾਈਨ ਮੇਰੀ ਪੀਪਲ ਤੇ ਆ ਗਈ ਕਿਉਂਕਿ ਪੱਕਾ ਨਾਉਨ ਨੂੰ ਲੈਣਾ ਸੀ। ਉਸ ਤੋਂ ਬਾਅਦ ਉਹਨੇ ਦੇ ਕਰਕੇ ਡਿਸਕਸ ਕਰ। ਜਦੋਂ ਹੁਣ ਪੈਰਾ ਚੇਂਜ ਹੋ ਗਿਆ ਤਾਂ ਪੈਰੇ ਚੇਂਜ ਦੇ ਵਿੱਚ ਮੈਂ ਦੇ ਨਹੀਂ ਲਗਾ ਸਕਦਾ, ਮੈਨੂੰ ਫਿਰ ਦੁਬਾਰਾ ਪੱਕਾ ਨਾਉਨ ਚਾਹੀਦਾ। ਦੈਟ ਮੀਨਸ ਮੈਨੂੰ ਪੀਪਲ ਫਿਰ ਦੁਬਾਰਾ ਲਿਖਣਾ ਪੈਣਾ, ਫਿਰ ਇੱਥੇ ਪੀਪਲ ਲਿਖਣਾ ਪੈਣਾ। ਲਾਸਟ ਵਾਲੇ ਵਿੱਚ ਫਿਰ ਪਹਿਲੀ ਲਾਈਨ ਪੀਪਲ ਹੋਊਗੀ। ਇਹਨਾਂ ਚਾਰਾਂ ਤੋਂ ਇਲਾਵਾ ਕਿਤੇ ਵੀ ਮੈਨੂੰ ਪੀਪਲ ਲਿਖਣ ਦੀ ਲੋੜ ਨਹੀਂ। ਹੁਣ ਕਈ ਵਾਰੀ ਕੀ ਹੁੰਦਾ, ਆਪਾਂ ਐਕਸਾਈਟ ਹੋ ਕੇ ਆਪਾਂ ਫਟਾਫਟ ਉੱਪਰੋਂ ਲਿਖਦੇ BP1। ਕਈ ਵਾਰੀ ਆਪਾਂ ਮਤਲਬ ਵਨ ਸਾਈਡਡ ਲਿਖ ਦਿੰਦੇ ਹਾਂ, ਐਗਰੀ ਔਰ ਡਿਸਐਗਰੀ। ਸਾਨੂੰ ਪਤਾ ਵੀ ਅਸੀਂ ਐਗਰੀ ਹੋ ਗਏ, ਸਾਨੂੰ ਪਤਾ ਅਸੀਂ ਡਿਸਐਗਰੀ ਹੋ ਗਏ, ਜੋ ਵੀ ਅਸੀਂ ਇਸ ਦਾ ਕੰਮ ਕੀਤਾ ਉਹਦੇ ਵਿੱਚ ਆਪਾਂ ਨੂੰ ਕੀ ਹੈ, ਇੱਥੇ ਵੀ ਪੀਪਲ ਆ ਗਿਆ ਔਰ ਇੱਧਰ ਵੀ ਪੀਪਲ ਆ ਜਾਂਦਾ। ਜੇ ਤਾਂ ਇੱਥੇ ਪੀਪਲ ਹੈ ਤੇ ਇੱਧਰ ਪੀਪਲ ਹੈ ਫਿਰ ਠੀਕ ਹੈ। ਐਕਸਾਈਟਮੈਂਟ ਵਿੱਚ ਸਟੂਡੈਂਟ ਕੀ ਕਹਿੰਦਾ, ਫਰਦਰ ਟੂ ਇਟ ਦੇ ਆਰ ਆਲਸੋ। ਹੁਣ ਉਹ ਦੇ ਕੌਣ ਹੈ? ਦੇ ਕੋਈ ਨਹੀਂ। ਇੱਕ ਤੁਸੀਂ ਗੁਰੂ ਨਾਨਕ ਦੇਵ ਜੀ ਤੇ ਐਸੇ ਲਿਖਿਆ, ਪਹਿਲਾਂ ਸਟਾਰਟ ਲਿਖੋ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸੀ, ਇੰਟਰੋਡਕਸ਼ਨ ਦੇ ਦਿੱਤੀ। ਹੁਣ ਤੁਸੀਂ ਉਹਨਾਂ ਦੇ ਉਦਾਸੀਆਂ ਬਾਰੇ ਦੱਸਣਾ ਤਾਂ ਪਹਿਲਾ ਸੈਂਟੈਂਸ ਗੁਰੂ ਨਾਨਕ ਦੇਵ ਜੀ ਦਾ ਹੋਣਾ, ਫਿਰ ਮੁੜ ਕੇ ਉਹ ਆਈ ਜਾਊਗਾ। ਫਿਰ ਪੈਰਾ ਚੇਂਜ ਕੀਤਾ, ਫਿਰ ਇੱਕ ਵਾਰੀ ਗੁਰੂ ਨਾਨਕ ਦੇਵ ਆਊਗਾ, ਫਿਰ ਮਤਲਬ ਲੈ ਦੇ ਕੇ ਜਿਸ ਵੀ ਟੌਪਿਕ ਤੇ ਤੁਹਾਡਾ ਟੌਪਿਕ ਹੈਗਾ ਜਾਂ ਨਾਉਨ ਹੈ, ਸਟਾਰਟਿੰਗ ਦੀ ਪਹਿਲੀ ਲਾਈਨ ਉਹ ਪੱਕਾ ਨਾਉਨ ਮੰਗੇਗੀ, ਬਾਕੀ ਸਾਰੇ ਕੱਚੇ ਨਾਉਨ ਇਨ ਦਾ ਸੈਂਸ ਆਫ ਪ੍ਰੋਨਾउन ਚੱਲਣਗੇ। ਪ੍ਰੋਨਾउन ਅਸੀਂ ਆਲਰੇਡੀ ਪੜ੍ਹੇ ਹੋਏ ਆ, ਆਈ, ਵੀ, ਯੂ, ਹੀ, ਸ਼ੀ, ਇਟ ਤੇ। ਹੁਣ ਦੇਖੋ 90% ਕੇਸਿਸ ਦੇ ਵਿੱਚ 90% ਕੇਸਿਸ ਦੇ ਵਿੱਚ ਜਿਹੜਾ ਸਾਡਾ ਸੈਂਟੈਂਸ ਹੈ ਜਾਂ ਤਾਂ ਨਾਉਨ ਨਾਲ ਸ਼ੁਰੂ ਹੁੰਦਾ ਜਾਂ ਪ੍ਰੋਨਾउन ਨਾਲ ਸ਼ੁਰੂ ਹੁੰਦਾ। ਇਹ ਨਹੀਂ ਵੀ ਪ੍ਰਪੋਜੀਸ਼ਨ ਨਾਲ ਨਹੀਂ ਸ਼ੁਰੂ ਹੋ ਜਾਂਦਾ, ਜਿਹਨਾਂ ਨੂੰ ਪ੍ਰੈਕਟਿਸ ਆ ਉਹ ਸ਼ੁਰੂ ਹੋ ਜਾਂਦੇ। ਪਰ ਇਹ ਬਹੁਤ ਅੱਛੀ ਇੰਗਲਿਸ਼ ਹੈ ਅਗਰ ਤੁਸੀਂ ਨਾਉਨ ਤੇ ਪ੍ਰੋਨਾउन ਪ੍ਰੋਪਰ ਵਰਤ ਕੇ ਉਹਨਾਂ ਨੂੰ ਸ਼ੁਰੂ ਕਰਦੇ। ਹੁਣ ਰੂਲ ਦੇ ਹਿਸਾਬ ਨਾਲ ਤੁਹਾਡੇ ਤੋਂ ਪਹਿਲਾਂ ਤੁਹਾਡੇ ਡੈਡੀ ਨੂੰ ਖੜਾ ਹੋਣਾ ਚਾਹੀਦਾ, ਪਰ ਜਿਹਨੂੰ ਬੰਦੇ ਨੂੰ ਐਕਸਪਰਟ ਹੈ ਉਹ ਡੈਡੀ ਦੇ ਬਰਾਬਰ ਵੀ ਖੜਾ ਹੋ ਸਕਦਾ ਜਾਂ ਡੈਡੀ ਨੂੰ ਪਿੱਛੇ ਵੀ ਰੱਖ ਸਕਦਾ, ਕੋਈ ਇਦਾਂ ਦਾ ਕੰਮ ਹੋਊ। ਠੀਕ ਹੈ ਜੀ, ਤੇ ਡੈਡੀ ਨੂੰ ਮੋਰੇ ਵੀ ਲੈਂਦਾ ਉਹ ਜਦੋਂ ਬੰਦਾ ਐਕਸਪਰਟ ਹੋ ਜਾਂਦਾ। ਅਜੇ ਜਦੋਂ ਸਾਡੀ ਸਟਾਰਟਿੰਗ ਦੇ ਫੇਜ਼ ਹੈ ਜਾਂ ਸਾਡਾ ਮਿਡਲ ਫੇਜ਼ ਆਫ ਲਰਨਿੰਗ ਹੈ, ਉਹਦੇ ਵਿੱਚ ਕੀ ਚਾਹੀਦਾ ਸਾਨੂੰ, ਜਾਂ ਤਾਂ ਨਾਉਨ ਮੋਰੇ ਲਗਾਓ ਜਾਂ ਪ੍ਰੋਨਾउन ਲਗਾਓ। ਤੀਸਰੀ ਕੰਡੀਸ਼ਨ ਹੁੰਦੀ ਵਰਬ। ਵਰਬ ਦਾ ਮਤਲਬ ਹੁੰਦਾ ਹੈ ਕਿਰਿਆ। ਵਰਬ ਦਾ ਮਤਲਬ ਹੁੰਦਾ ਕਿਰਿਆ। ਕਿਰਿਆ ਮਤਲਬ ਕੋਈ ਕੰਮ ਹੁੰਦਾ ਪਿਆ। ਹੁਣ ਇਸ ਟਾਈਮ ਤੇ ਮੈਂ ਤੁਹਾਨੂੰ ਪੜ੍ਹਾ ਰਿਹਾ, ਤੁਸੀਂ ਪੜ੍ਹ ਰਹੇ ਹੋ, ਠੰਡ ਲੱਗ ਰਹੀ ਹੈ, ਪੰਛੀ ਉੱਡ ਰਹੇ ਨੇ, ਲੋਕੀ ਮੋਟਰਸਾਈਕਲਾਂ ਤੇ ਘੁੰਮਦੇ ਫਿਰਦੇ ਪਏ, ਲੋਕੀ ਕੋਈ ਬ੍ਰੇਕਫਾਸਟ ਬਣਾਉਂਦਾ, ਲੇਡੀਜ਼ ਕੱਪੜੇ ਧੋਣ ਚ ਬਿਜ਼ੀ, ਹਰ ਇੱਕ ਬੰਦਾ ਕੋਈ ਨਾ ਕੋਈ ਕੰਮ ਕਰਦਾ ਪਿਆ, ਉਹਨੂੰ ਆਪਾਂ ਕਹਿੰਦੇ ਹਾਂ ਵਰਬ। ਔਰ ਇਹ ਯਾਦ ਰੱਖਿਓ, ਵਰਬ ਦੇ ਪਿੱਛੇ ਹੀ ING ਲੱਗਦਾ, ਹੋਰ ਕਿਤੇ ਨਹੀਂ ਲੱਗਦਾ। ਇਹਨਾਂ ਚੋਂ ਹੋਰ ਜਿੰਨੇ ਵੀ ਮੈਂ 7-8 ਡਿਸਕਸ ਕਰਨੇ, ਇਹਨਾਂ ਦੇ ਵਿੱਚ ਕਦੀ ਵੀ ਕਿਤੇ ਵਰਬ ਨਹੀਂ ਲੱਗਦਾ, ਮਤਲਬ ਕਿਤੇ ING ਨਹੀਂ ਲੱਗਦਾ। ਜਿਹੜਾ ਵਰਬ ਆ ਉਹਦੀ ਫਾਰਮ ਲੱਗਦੀ। ਹੁਣ ਸਾਨੂੰ ਪਤਾ ਕਿੱਦਾਂ ਲੱਗਦਾ ਵੀ ਇਹ ਵਰਬ ਹੈ? ਪੰਜਾਬੀ ਦੇ ਵਿੱਚ ਜਿਹੜੇ ਸ਼ਬਦ ਦੇ ਪਿੱਛੇ ਨੰਨਾ ਲੱਗਦਾ, ਕਰਨਾ, ਮਰਨਾ, ਡਰਨਾ, ਸੋਚਣਾ, ਦੇਖਣਾ, ਪੀਣਾ, ਜੋ ਵੀ ਹੈ। ਔਰ ਇਹ ਪੰਜਾਬੀ ਦੇ ਸੈਂਟੈਂਸ ਵਿੱਚ ਜਿੱਦਾਂ ਆਪਾਂ ਸੈਂਟੈਂਸ ਫਾਰਮੇਸ਼ਨ ਦੇਖੀ ਸੀ, ਇਹ ਜਿਹੜਾ
ਸਾਡਾ ਹੈਗਾ ਇਹ ਵਰਬ ਦੇ ਲਾਸਟ ਦੇ ਵਿੱਚ, ਇਹ ਲਾਸਟ ਦੇ ਵਿੱਚ ਆਊਗਾ ਪੰਜਾਬੀ 'ਚ, ਹਨਾ। ਮੁੰਡਾ ਮੇਰੇ ਵੱਲ ਦੇਖ ਰਿਹਾ ਸੀ, ਦੇਖਣਾ, ਤਾਂ ਉਹਦੀ ਵਰਬ ਦੀ ਫਾਰਮ ਹੈਗੀ, ਵਰਬ ਦੀ ਫਾਰਮ ਫਸਟ ਹੁੰਦੀ, ਸੈਕੰਡ ਹੁੰਦੀ, ਥਰਡ ਹੁੰਦੀ, ਜਾਂ ਆਈਐਨਜੀ ਲੱਗ ਜਾਂਦਾ ਐਸ ਪਰ। ਇਹਨੂੰ ਹੀ ਆਪਾਂ ਟੈਂਸ ਕਹਿੰਦੇ, ਇਹਨੂੰ ਹੀ ਆਪਾਂ ਟੈਂਸ ਕਹਿੰਦੇ। ਔਰ ਕਦੀ ਵੀ ਵਰਬ ਦੇ ਨਾਲ ਸੈਂਟੈਂਸ ਸਟਾਰਟ ਨਹੀਂ ਹੋ ਸਕਦਾ। ਇਹ ਗਾਣੇ ਨਹੀਂ ਹੈ, ਗਾਣਿਆਂ 'ਚ ਹੋ ਸਕਦਾ, ਪੰਜਾਬੀ 'ਚ ਹੋ ਸਕਦਾ, ਲਿਰਿਕਸ ਵਿੱਚ ਹੋ ਸਕਦਾ। ਲਿਰਿਕਸ ਵਿੱਚ ਹਾਂ, ਅੰਗਰੇਜ਼ੀ ਵੀ ਲਿਰਿਕਸ ਵਿੱਚ ਵਰਬ ਨੂੰ ਪਹਿਲਾਂ ਲਾ ਸਕਦੀ, ਪਰ ਜੇ ਪ੍ਰੋਪਰ ਅਸੀਂ ਰਾਈਟਿੰਗ ਕਰਨੀ ਹੈ, ਰਾਈਟਿੰਗ ਦੇ ਵਿੱਚ ਪ੍ਰੋਪਰ ਨਾਉਨ ਚਾਹੀਦਾ, ਵਰਬ ਬਾਅਦ ਵਿੱਚ। ਵਰਬ ਆਊਗਾ ਸਾਡਾ ਦੂਸਰੇ ਦੇ ਜਾਂ ਤੀਸਰੇ ਨੰਬਰ ਇੰਗਲਿਸ਼ ਦੇ ਵਿੱਚ। ਚੌਥਾ ਸਾਡਾ ਹੁੰਦਾ ਐਡਵਰਬ। ਇਹਦੇ ਨਾਲ ਕਦੀ ਵੀ ਸੈਂਟੈਂਸ ਸਟਾਰਟ ਨਹੀਂ ਹੁੰਦਾ। ਹੁਣ ਐਡਵਰਬ ਕੀ ਹੈ? ਦੇਖਣ 'ਚ ਪਤਾ ਲੱਗਦਾ ਵਰਬ ਤੇ ਐਡਵਰਬ, ਵਰਬ ਦਾ ਯਾਰ ਹੈ, ਸ਼ਰਮਾਂ ਤੇ ਵਰਬ, ਗਿੱਲ ਤੇ ਹਿੱਲ, ਹਨਾ, ਲੱਗਦਾ ਨਾ ਦੇਖਣ ਵਿੱਚ ਵੀ, ਤਾਂ ਦੋਨੋਂ ਕਨੈਕਸ਼ਨ ਹੈ ਦੋਨਾਂ ਦਾ। ਇੱਕ ਵਰਬ ਹੈ, ਉਹਦਾ ਐਡਵਰਬ ਹੈ। ਹੁਣ ਵਰਬ ਨੂੰ ਪੰਜਾਬੀ, ਐਡਵਰਬ ਨੂੰ ਪੰਜਾਬੀ 'ਚ ਆਪਾਂ ਕਹਿੰਦੇ ਕਿਰਿਆ ਵਿਸ਼ੇਸ਼ਣ। ਕਿਰਿਆ ਵਿਸ਼ੇਸ਼ਣ ਮਤਲਬ ਜਿਹੜੀ ਕਿਰਿਆ ਹੋ ਰਹੀ ਹੈ, ਜਿਹੜਾ ਟੈਂਸ ਹੈ ਜਾਂ ਜਿਹੜੀ ਵਰਬ ਦੀ ਫਾਰਮ ਚੱਲ ਰਹੀ, ਉਹਦੀ ਕੋਈ ਖਾਸੀਅਤ ਦੱਸਦਾ ਪਿਆ। ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ, ਇਹ ਸਾਰੇ ਐਲਵਾਈ ਵਾਲੇ ਸ਼ਬਦ ਹੁੰਦੇ ਆ। ਜਿਹੜਾ ਤੁਸੀਂ ਲਿਖਦੇ ਸਲੋਲੀ, ਰੈਪਿਡਲੀ, ਰੀਸੈਂਟਲੀ। ਔਰ ਇੱਕ ਸਟੈਂਡਰਡ ਰੂਲ ਹੈ ਇੰਗਲਿਸ਼ ਦਾ, ਜਦੋਂ ਵਰਬ ਮੋਰੇ ਲੱਗੂਗਾ ਉਸ ਤੋਂ ਬਾਅਦ ਐਡਵਰਬ ਲੱਗਣਾ ਚਾਹੀਦਾ ਹੈ। ਇਹ ਸਟੈਂਡਰਡ ਰੂਲ ਹੈ। ਐਗਜ਼ਾਮਪਲ ਸੁਣ ਲਓ, ਹੀ ਇਜ਼ ਡਰਾਈਵਿੰਗ ਏ ਕਾਰ ਵੈਰੀ slowly. I went to a hill station recently. The data had increased sharply. ਆਪਾਂ ਇਹਦੇ data has sharply increased. ਬਾਬਾ ਕਦੀ ਵੀ ਐਡਵਰਬ ਹੈ ਜਿਹੜਾ ਐਲਵਾਈ ਵਾਲਾ ਸ਼ਬਦ ਹੈ ਜਾਂ ਐਡਵਰਬ ਹੈ, ਉਹ ਕਦੀ ਵੀ ਵਰਬ ਤੋਂ ਮੂਹਰੇ ਨਹੀਂ ਲੱਗਦਾ। ਪਹਿਲਾਂ ਵਰਬ ਲੱਗਦਾ, ਫਿਰ ਪਿੱਛੇ ਵਰਬ ਲੱਗਦਾ। ਹੁਣ ਜਿੰਨੇ ਵੀ ਸਾਡੇ ਐਲਵਾਈ ਵਾਲੇ ਸ਼ਬਦ ਆ ਅੱਜ ਆਪਾਂ ਡਿਸਕਸ ਕਰਾਂਗੇ, ਸਿਗਨੀਫੀਕੈਂਟਲੀ, ਰੈਪਿਡਲੀ, 5 7 10 15 ਰੱਖੋ। ਜਿੰਨੇ ਅਸੀਂ ਇਹਨਾਂ ਨੂੰ ਐਡਵਰਬਸ ਨੂੰ ਅੱਛੇ ਤਰ੍ਹਾਂ ਯੂਜ਼ ਕਰਾਂਗੇ, ਰਾਈਟਲੀ ਯੂਜ਼ ਕਰਾਂਗੇ, ਉਹਨੇ ਸਾਡੇ ਐਲਸ ਬੈਂਡ ਜ਼ਿਆਦਾ ਹੈ। ਇਹ ਹੁਣ ਗੱਲ ਅੱਜ ਕਿਸੇ ਨੂੰ ਡਾਊਟ ਹੈ ਵੀ ਐਡਵਰਬ ਹੁਣ ਕੀ ਹੁੰਦਾ? ਐਲਵਾਈ ਵਾਲਾ ਸ਼ਬਦ ਆ ਔਰ ਇਹਨੂੰ ਲਿਖਣਾ ਵੀ ਲਾਸਟ ਵਿੱਚ, ਠੀਕ ਹੈ ਜੀ। ਪੰਜਵਾਂ ਸਾਡੇ ਕੋਲ ਆ ਗਿਆ ਐਡਜੈਕਟਿਵ। ਐਡਜੈਕਟਿਵ ਦਾ ਮਤਲਬ ਹੁੰਦਾ ਵਿਸ਼ੇਸ਼ਣ। ਹੁਣ ਵਰਬ ਤੇ ਐਡਵਰਬ ਦੋਨੋਂ ਯਾਰ ਹੈ। ਇਹਦੀ ਜਿਹੜਾ ਐਡਜੈਕਟਿਵ ਆ ਉਹ ਇਹਨਾਂ ਦਾ ਯਾਰ ਹੈ, ਨਾਉਨ ਤੇ ਪ੍ਰੋਨਾਉਨ ਦਾ। ਇਹ ਨਾਉਨ ਤੇ ਪ੍ਰੋਨਾਉਨ ਦੀ ਕੋਈ ਖਾਸੀਅਤ ਦੱਸਦਾ। ਮੈਂ ਕਿੱਦਾਂ ਪੜਾਉਣਾ? ਬਹੁਤ ਜ਼ੋਰ ਦੀ, ਮੈਂ ਕਿੱਦਾਂ ਪੜਾਉਣਾ? ਉੱਚੀ, ਲਾਊਡਲੀ, ਲਾਊਡਲੀ। ਉਹ ਤਾਂ ਫਿਰ ਉਹ ਤਾਂ ਐਡਵਰਬ, ਐਡਵਰਬ ਬਣਾ ਗਈ ਤੂੰ। ਐਡਜੈਕਟਿਵ ਦੱਸ, ਮੈਂ ਕਿੱਦਾਂ ਪੜਾਉਣਾ? ਵਧੀਆ, ਵਧੀਆ ਪੜਾਉਣਾ। ਵਧੀਆ, ਘਟੀਆ, ਖਰਾਬ, ਮੋਟਾ, ਪਤਲਾ, ਠੰਡਾ, ਗਰਮ, ਲੰਬਾ, ਤਕੜਾ, ਮਰਿਆ, ਉਹ ਬੰਦੇ ਦੀ ਖਾਸੀਅਤ ਹੈ। ਹੁਣ ਮੈਂ ਕਹਿੰਦਾ ਸੰਜੀਵ ਬਹੁਤ ਤਕੜਾ ਮੁੰਡਾ ਹੈ। ਹੁਣ ਸੰਜੀਵ ਮੁੰਡਾ ਹੈ, ਸੰਜੀਵ ਤਕੜਾ ਮੁੰਡਾ ਹੈ, ਜਿਹੜਾ ਵਰਡ ਮੈਂ ਤਕੜਾ ਯੂਜ਼ ਕਰ ਗਿਆ, ਦੈਟ ਇਜ਼ ਐਡਜੈਕਟਿਵ। ਠੀਕ ਹੈ, ਇਹਦੀ ਖਾਸੀਅਤ ਦੱਸਦਾ। ਐਡਜੈਕਟਿਵ ਨਾਲ ਕਦੀ ਵੀ ਸੈਂਟੈਂਸ ਸਟਾਰਟ ਨਹੀਂ ਹੁੰਦਾ। ਪੰਜਾਬੀ 'ਚ ਆਪਾਂ ਕਹਿ ਸਕਦੇ ਵੀ ਤਕੜਾ ਮੁੰਡਾ ਹੈ ਬਈ, ਕੋਈ ਮੱਝਾਂ ਗਾਵਾਂ ਆਪਾਂ ਕਹਿੰਦੇ ਵੀ ਤਕੜੀ ਮੱਝ ਹੈ ਜਾਂ ਤਕੜਾ ਪਲੇਅਰ ਹੈ। ਅੰਗਰੇਜ਼ੀ 'ਚ ਤਕੜਾ ਪਲੇਅਰ ਨਹੀਂ ਹੋ ਸਕਦਾ। ਅੰਗਰੇਜ਼ੀ 'ਚ ਕਹਿਣਾ ਪੈਣਾ ਪਲੇਅਰ ਤਕੜਾ ਹੈ, ਠੀਕ ਹੈ ਜੀ, ਜਾਂ ਉਹ ਤਕੜਾ ਪਲੇਅਰ ਹੈ। ਕੁਛ ਇੱਦਾਂ ਦਾ ਆਪਾਂ ਨੂੰ ਕੁਛ ਨਾ ਮਤਲਬ ਕਰਨਾ ਪੈਣਾ, ਉਹਦਾ ਸੈਟਲਮੈਂਟ ਕਰਨੀ ਪੈਣੀ ਹੈ। ਹੁਣ ਇਹ ਸਾਡੇ ਕੋਲ ਹੈਗਾ ਐਡਜੈਕਟਿਵ। ਐਡਜੈਕਟਿਵ ਦਾ ਮਤਲਬ ਸਾਡੇ ਕੋਲ ਹੋ ਗਿਆ ਵਿਸ਼ੇਸ਼ਣ। ਇਹ ਹਮੇਸ਼ਾ ਨਾਉਨ ਤੋਂ ਪਹਿਲਾਂ ਲੱਗਦਾ। ਜੋ ਗੁੱਡ ਬੈਡ ਜੋ ਵੀ ਆਪਾਂ ਕਹਣਾ, ਹੀ ਇਜ਼ ਏ ਗੁੱਡ ਟੀਚਰ, he is a good teacher, she is a tall girl, she is an intelligent girl। यार आही ਤੁਹਾਡੀ ਰੀਡਿੰਗ। ਹੁਣ ਬੰਦਾ ਉੱਤੇ ਮੋਰੇ ਐਡਜੈਕਟਿਵ ਲਗਾ ਕੇ ਬੈਠਾ ਗੁੱਡ, ਤੁਹਾਨੂੰ ਨਹੀਂ ਪਤਾ ਵੀ ਗੁੱਡ ਤੋਂ ਬਾਅਦ ਨਾਉਨ ਆਉਣਾ ਚਾਹੀਦਾ, ਤਾਂ ਗੁੱਡ ਤਾਂ ਐਡਜੈਕਟਿਵ ਲਾ ਕੇ ਬੈਠਾ। ਇਹਦਾ ਮਤਲਬ ਜਿਹੜਾ ਮੇਰਾ ਆਨਸਰ ਹੈ ਉਹ ਮੇਰਾ ਨਾਉਨ ਆਉਣਾ ਚਾਹੀਦਾ। ਰੀਡਿੰਗ ਵਿੱਚ ਕਿੱਦਾਂ ਤੁਸੀਂ ਪਰੇਸ਼ਾਨ ਹੁੰਦੇ ਆਇਓਗੇ, ਪਤਾ ਨਹੀਂ ਲੱਗਦਾ, ਪਤਾ ਇਦਾਂ ਲੱਗਦਾ। ਹੁਣ ਅਗਲੇ ਨੇ ਇੱਕ ਤੁਹਾਨੂੰ ਮਤਲਬ ਅਗਲੇ ਨੇ ਇੱਕ ਐਗਜ਼ਾਮਪਲ ਦੱਸੀ ਹੋਈ, ਤਾਂ ਲਾਸਟ ਵਿੱਚ ਉਹਨੇ ਲਿਖਿਆ ਹੈ ਸਲੋਲੀ, ਉਹਨੇ ਵਿੱਚੋਂ ਆ ਵਰਡ ਛੱਡਿਆ ਹੈ। ਤੁਹਾਨੂੰ ਪਤਾ ਸਲੋਲੀ ਤਾਂ ਵੈਸੇ ਹੀ ਲਾਸਟ ਵਿੱਚ ਲੱਗਦਾ,
ਸਲੋਲੀ ਤੋਂ ਮੋਰੇ ਤਾਂ ਵਰਬ ਹੋਣਾ ਚਾਹੀਦਾ, ਤਾਂ ਫਿਰ ਜਿਹੜਾ ਈਡੀ ਵਾਲਾ ਹੈਗਾ ਜਾਂ ਵਰਬ ਦੀ ਕੋਈ ਫਾਰਮ ਲੱਗੀ ਹੈ, ਦੈਟ ਇਜ਼ ਦਾ ਆਨਸਰ। ਹਰ ਸਟੂਡੈਂਟ ਦੀ ਬੇਸਿਕਲੀ ਇਹੀ ਪ੍ਰੋਬਲਮ ਆਉਂਦਾ ਜੀ, ਅਸੀਂ ਆਨਸਰ ਤੱਕ ਪਹੁੰਚ ਜਾਂਦੇ ਉਸ ਤੋਂ ਬਾਅਦ ਜਾ ਕੇ ਸਾਨੂੰ ਆਨਸਰਸ ਪਤਾ ਨਹੀਂ ਲੱਗਦੇ, ਤਾਂ ਫਿਰ ਆਨਸਰ ਪਤਾ ਨਹੀਂ ਲੱਗਦੇ ਫਿਰ ਗ੍ਰਾਮਰ ਤੋਂ ਆ ਜਾਓ। ਹੁਣ ਇੱਕ ਤਾਂ ਮੈਂ ਬੇਸਿਕ ਰੂਲ ਦੱਸਦਾ, ਸਾਰੀ ਜ਼ਿੰਦਗੀ ਲਈ ਯਾਦ ਰੱਖਿਓ, ਜਿਹੜਾ ਤੁਹਾਡਾ ਐਡਜੈਕਟਿਵ ਹੈ ਉਹ ਪਿੱਛੇ ਲੱਗੇਗਾ, ਵਰਬ ਮੋਰੇ ਲੱਗੇਗਾ, ਵਰਬ ਤੋਂ ਬਾਅਦ ਐਡਜੈਕਟਿਵ ਲੱਗੇਗਾ, ਤੇ ਜਿਹੜਾ ਤੁਹਾਡਾ ਇੱਥੇ ਨਾਉਨ ਹੈ, ਨਾਉਨ ਤੋਂ ਮੋਰੇ ਐਡਜੈਕਟਿਵ ਲੱਗ, ਇਹ ਯਾਦ ਰੱਖਿਓ। ਸੌਰੀ, ਐਡਵਰਬ, ਵਰਬ ਮੋਰੇ ਐਡਵਰਬ ਪਿੱਛੇ, ਪਰ ਜੇ ਐਡਜੈਕਟਿਵ ਲਾਣਾ ਉਹ ਹਮੇਸ਼ਾ ਨਾਉਨ ਤੋਂ ਪਹਿਲਾਂ ਲੱਗਣਾ, ਨਾਉਨ ਬਾਅਦ ਚ ਲੱਗਣਾ, ਉਹਦੇ ਮੋਰੇ ਉਹਨੇ ਜੋ ਉਹਦੀ ਕੁਆਲਿਟੀ ਉਹਨੇ ਪਹਿਲੇ ਹੀ ਦੱਸ ਦੇਣਾ ਕਿ ਚੰਗੀ ਕੁੜੀ ਹੈ, ਚੰਗੀ ਕੁੜੀ, ਮਾੜੀ ਕੁੜੀ, ਮੋਟਾ ਮੁੰਡਾ, ਕੋਸਟਲੀ, ਮਹਿੰਗਾ ਬ੍ਰਾਂਡ, ਜੋ ਵੀ ਆਪਾਂ ਪੜ੍ਹਦੇ ਹਾਂ ਉਹ ਚੀਜ਼ ਨੂੰ ਆਪਾਂ ਧਿਆਨ ਰੱਖਣਾ। ਆਹ ਦੋਨਾਂ 'ਚ ਫਰਕ ਹੈ। ਜਿਹੜਾ ਬੱਚਾ ਐਡਜੈਕਟਿਵ ਤੇ ਐਡਵਰਬ ਨੂੰ ਆਇਲਸ ਵਿੱਚ ਜ਼ਿਆਦਾ ਯੂਜ਼ ਕਰਦਾ ਹੈ ਉਹਦੇ ਬੈਂਡ ਆਉਂਦੇ ਹੀ ਆਉਂਦੇ। ਤਾਂ ਤੁਹਾਨੂੰ ਮੈਂ ਦੱਸਿਆ ਵੀ OUS ਵਾਲੇ ਵਰਡ ਤੇ LY ਵਰਡ, ਜਿੰਨੇ ਵੀ OUS ਵਾਲੇ ਵਰਡ ਹੈ, OUS ਵਾਲੇ ਵਰਡ ਜ਼ਿਆਦਾਤਰ, ਮਤਲਬ ਗਰੰਟੀ ਨਹੀਂ, ਜ਼ਿਆਦਾਤਰ ਵਰਡ ਜਿਹੜੇ OUS ਵਾਲੇ ਹੈ ਉਹ ਸਾਰੇ ਐਡਜੈਕਟਿਵ ਹੈ। ਹੁਣ ਮੈਂ ਕਹਿੰਦਾ ਮਨਜੋਤ ਇਜ਼ ਏ ਸੀਰੀਅਸ ਸਟੂਡੈਂਟ, OUS ਲੱਗ ਗਿਆ ਸੀਰੀਅਸ, और पीछे स्टूडेंट है, नाउन है, सीरियस इज एडजेक्टिव, एडजेक्टिव तो थोड़ी खासियत दसदा है। और मैं कहना हरप्रीत इज ए टॉल बॉय, और जितने भी साडे एडजेक्टिव होंदे इन्हां दी डिग्रीज होंदी है, डिग्री 1 डिग्री 2 डिग्री 3। याद करो जदों तुसीं क्लासां छोटियां च होंदे सी 8वीं 9वीं 10वीं, गुड बेटर बेस्ट, थिन थिनर थिनेस्ट, है ना, ब्यूटीफुल मोर ब्यूटीफुल मोस्ट ब्यूटीफुल। और ਤੁਸੀਂ ਮੈਨੂੰ ਕਹਿ ਸਕਦੇ ਵੀ ਸਕਸੈਸ ਮੰਤਰ ਇਜ਼ ਦ ਬੈਸਟ ਇੰਸਟੀਚਿਊਟ, ਦ ਬੈਸਟ, ਬੈਸਟ ਕਾਹਦਾ ਹੁੰਦਾ, ਗੁੱਡ ਬੈਟਰ ਬੈਸਟ। ਇਹ ਚੀਜ਼ ਤੇ ਧਿਆਨ ਦਿਓ। ਜਿੰਨੇ ਜ਼ਿਆਦਾ ਤੁਸੀਂ, ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਵਰਬ ਦੀ ਫਾਰਮੂਲਾ ਲੱਗ ਗਿਆ, ਡਿਗਰੀਜ਼ ਲੱਗ ਗਿਆ, ਔਰ ਐਡਜੈਕਟਿਵ ਨਾਲ ਵੀ ਕਦੀ ਸੈਂਟੈਂਸ ਸਟਾਰਟ ਨਹੀਂ ਹੁੰਦਾ। ਨੈਕਸਟ ਸਾਡੇ ਕੋਲ ਅਗਰ 6ਵਾਂ ਪ੍ਰੈਪੋਜੀਸ਼ਨ। ਪ੍ਰੀਪੋਜੀਸ਼ਨ ਜਿਹੜੀ ਅਸੀਂ ਅੱਜ ਡਿਸਕਸ ਕਰਨੀ ਸੀ, ਸੰਬੰਧਕ। ਹੁਣ ਕਈ ਵਾਰੀ ਦੋ ਨਾਉਨ ਇਕੱਠੇ ਆ ਜਾਂਦੇ, ਜਲੰਧਰ ਵੀ ਆ ਗਿਆ, ਹਰਪ੍ਰੀਤ ਵੀ ਆ ਗਿਆ, ਤੇ ਇਹਨਾਂ ਨੂੰ ਕਨੈਕਸ਼ਨ ਦੇਣ ਲਈ ਮੈਨੂੰ ਵਿੱਚ ਜੋੜ ਪਾਉਣਾ ਪੈਣਾ, ਸੰਬੰਧ ਸ਼ੋ ਕਰਨਾ ਪੈਣਾ ਹੁੰਦਾ, ਉਹਨੂੰ ਆਪਾਂ ਕਹਿੰਦੇ ਪ੍ਰੈਪੋਜੀਸ਼ਨਸ। ਪ੍ਰੈਪੋਜੀਸ਼ਨ ਸਾਡੇ ਕੋਲ 20 25 ਔਨ, ਆਫ, ਐਟ, ਇਨ, ਇਨਟੂ, ਫਰੋਮ, ਟੂ, ਬਾਈ, ਬਿਟਵੀਨ, ਅਮੰਗ, ਅਬਵ, ਬਿਹਾਈਂਡ, ਬੜੀਆਂ ਪ੍ਰੈਪੋਜੀਸ਼ਨ, ਇਹ ਸਹੀ ਲੱਗਣੀਆਂ ਚਾਹੀਦੀਆਂ, ਠੀਕ ਹੈ ਜੀ। 7ਵਾਂ ਤੁਹਾਡਾ ਕੰਜੰਕਸ਼ਨ, 8ਵਾਂ ਸਾਡਾ ਹੁੰਦਾ ਇੰਟਰਜੰਕਸ਼ਨ। ਇਹ ਨਾ ਆਪਾਂ ਬਹੁਤ ਜ਼ਿਆਦਾ ਯੂਜ਼ ਕਰਦੇ, ਨਾ ਆਪਾਂ ਨੂੰ ਬਹੁਤ ਜ਼ਿਆਦਾ ਜੀ ਸਮਝਣ ਦੀ ਲੋੜ ਹੈ ਐਟ ਪ੍ਰੈਜ਼ੈਂਟ ਆਪਣੇ ਜਨਰਲ ਸਟੇਜ ਦੇ ਵਿੱਚ। ਜੇ ਸਾਨੂੰ 6 ਤੋਂ 6 ਵੀ ਸੈਟਿੰਗ ਹੈਗੀ ਸਾਡੀ, ਤਾਂ ਸਾਡਾ ਬਹੁਤ ਅੱਛਾ ਲੈਵਲ ਹੈ, ਸਾਨੂੰ ਬਹੁਤ ਕੁਝ ਪਤਾ ਹੈ। ਤਾਂ ਸਭ ਤੋਂ ਗੰਦੀ ਗਲਤੀ ਆਇਲਸ ਦੀ ਸਟੂਡੈਂਟ ਹੁੰਦੀ ਹੈ ਜਦੋਂ ਜਾਂ ਤਾਂ ਉਹ ਟੈਂਸ ਦੀ ਗਲਤੀ ਕਰਦਾ ਜਾਂ ਫਿਰ ਉਹ ਪ੍ਰੈਪੋਜੀਸ਼ਨ ਦੀ ਗਲਤੀ ਕਰਦਾ, ਉਹਨੂੰ ਜਲਦੀ ਜਲਦੀ ਚ ਪਤਾ ਨਹੀਂ ਲੱਗਦਾ। ਹੁਣ ਸ਼ਾਇਦ ਹੀ ਸਾਡੇ ਚੋਂ ਕਿਸੇ ਨੂੰ ਪਤਾ ਹੋਵੇ ਵੀ ਇਨ ਤੇ ਇਨਟੂ ਵਿੱਚ ਫਰਕ ਕੀ ਹੈ, ਦੋਨਾਂ ਮਤਲਬ ਵਿੱਚ ਹੈ। ਕਿਸੇ ਨੂੰ ਪਤਾ ਹੈ ਇਨ ਤੇ ਇਨਟੂ ਚ ਕੀ ਫਰਕ ਹੈ, ਮਤਲਬ ਇਨਟੂ ਕਿੱਥੇ ਲਾਉਣਾ, ਇਨ ਕਿੱਥੇ ਲਾਉਣਾ, ਛੋਟਾ ਜਿਹਾ ਫਰਕ ਹੈ। ਇਨਟੂ ਹੈ ਜਿਹੜੀ ਉਹ ਮਤਲਬ ਐਕਸ਼ਨ ਵਾਲੀ ਤੁਹਾਡੀ ਪ੍ਰੈਪੋਜੀਸ਼ਨ ਹੈ। ਹੁਣ ਤੁਸੀਂ ਮੇਰੀ ਕਲਾਸ 'ਚ ਐਂਟਰ ਕਰਦੇ ਹੋ, ਤਾਂ ਜਦੋਂ ਤੁਸੀਂ ਐਂਟਰ ਕਰ ਰਹੇ ਹੁੰਦੇ ਨਾ, ਜਿਵੇਂ ਉਸ ਟਾਈਮ ਪੁੱਛਿਆ ਵੀ ਕੀ ਕਰ ਰਹੇ ਹੈ, ਤਾਂ ਮਨਜੋਤ ਕਹੂਗਾ ਆਈ ਐਮ ਐਂਟਰਿੰਗ ਇਨਟੂ ਦਾ ਕਲਾਸ, ਐਕਸ਼ਨ ਦੇ ਵਿੱਚ ਆ ਕੇ ਕਲਾਸ 'ਚ ਬਹਿ ਗਿਆ, ਕੁਰਸੀ ਤੇ ਬਹਿ ਗਿਆ, ਤਨ ਗਏ ਸਰਕਾਰ, ਉਸ ਤੋਂ ਬਾਅਦ ਫਿਰ ਆਪਣਾ ਠੀਕ ਹੈ, ਫਿਰ ਆਪਾਂ ਇਹਨਾਂ ਹਮੇਸ਼ਾ ਰੈਸਟ ਪੋਜੀਸ਼ਨ 'ਚ ਹੁੰਦਾ, ਇਨਟੂ ਹਮੇਸ਼ਾ ਰਨਿੰਗ ਸਟੇਜ 'ਚ ਹੁੰਦਾ। ਹੁਣ ਬੱਸ ਨੱਠੀ ਜਾਂਦੀ ਹੈ, ਕਈ ਵਾਰੀ ਹੁੰਦਾ ਬੱਸ ਸਟਾਰਟ ਹੋ ਗਈ, ਬੱਸ ਹੌਲੀ ਹੌਲੀ ਤੁਰਨ ਲੱਗ ਪਈ, ਅਸੀਂ ਨੱਠ ਕੇ ਬੱਸ 'ਚ ਵੜਦੇ ਆ, ਫਿਰ ਉਹ ਇਨ ਹੋਊਗਾ ਜਾਂ ਇਨਟੂ ਹੋਊਗਾ। ਜਦੋਂ ਸਾਡੀਆਂ ਲੱਤਾਂ ਦੀ ਮੂਵਮੈਂਟ ਹੋ ਰਹੀ ਹੈ ਨਾ, ਤਾਂ ਐਕਸ਼ਨ ਹੈ, ਤਾਂ ਇਨਟੂ ਹੈ। ਹੁਣ ਇੱਕ ਨਰਸ ਹੈ, ਉਹਨੇ ਤੁਹਾਡੇ ਇੰਜੈਕਸ਼ਨ ਦਿੰਦੀ ਪਈ ਹੈ, ਉਹ ਆ ਕੇ ਉਹਨੇ ਆਪਣਾ ਸਿਰਿੰਜ ਕੱਢੀ, ਨੀਡਲ ਅੰਦਰ ਪਈ, ਦਵਾਈ ਅੰਦਰ ਜਾਂਦੀ ਪਈ ਹੈ, ਦਵਾਈ ਇੰਨਾ ਕਿ ਇਨਟੂ ਹੈ, ਇਨਟੂ ਹੈ। ਜਿਹਦੇ ਉਹਨੇ ਸਿਰਿੰਜ ਬਾਹਰ ਕੱਢ ਲਈ, ਦਵਾਈ ਤੁਹਾਡੇ ਅੰਦਰ ਚਲੀ ਗਈ, ਦੈਟ ਇਜ਼ ਇਨਟੂ। ਔਰ ਇਨਟੂ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਿਖਦੀਆਂ ਨਹੀਂ ਹੁੰਦੀਆਂ ਤੁਹਾਨੂੰ। ਆ ਹੁਣ ਮੇਰੇ ਹੱਥ ਵਿੱਚ ਹੈ, ਜਿਵੇਂ ਹੁਣ ਇੱਦਾਂ ਕਰਦਾ ਪਿਆ ਤਾਂ ਇਨਟੂ ਹੈ। ਜਦੋਂ ਹੁਣ ਮੈਂ ਇਹਦੇ ਵਿੱਚ ਇੱਦਾਂ ਪਾ ਲਿਆ, ਮਾੜਾ ਮੋਟਾ ਦਿਖਦਾ ਪਿਆ, 90% ਤੁਹਾਨੂੰ ਨਹੀਂ ਦਿਖ ਰਿਹਾ,
ਇਹਦਾ ਮਤਲਬ ਇਨ ਹੈ। ਜੇ 90% ਦਿਖ ਰਿਹਾ ਇਹਦਾ ਮਤਲਬ ਔਨ ਹੈ। ਸਿੰਪਲ ਜਿਹਾ ਲੌਜੀਕ। ਆ ਹੁਣ ਔਨ ਹੈ, ਜੇ ਮੈਂ ਇਦਾਂ ਕਰ ਲਿਆ ਤਾਂ ਫਿਰ ਟੂ ਹੋ ਗਿਆ। ਪਰ ਮੈਂ ਬ੍ਰੈਂਡ ਪਾਈ ਹੋਈ ਤੁਹਾਨੂੰ ਦਿਖਦੀ ਨਹੀਂ ਨਾ ਕੋਈ, ਉਹ ਇਨ2 ਹੈ, ਔਨ ਨਹੀਂ। ਮੁੰਡੇ ਨੇ ਪਗੜੀ ਪਾਈ ਹੈ ਤਾਂ ਇਨ ਕੌਣ ਹੈ, ਪਗੜੀ ਔਨ ਹੈ, ਸਿਰ ਇਹਦੇ ਅੰਦਰ ਹੈ। ਜੇ ਮੈਂ ਸਿਰ ਕਹੂੰਗਾ ਫਿਰ ਮੈਂ ਕਹੂੰਗਾ ਇਨਸਾਈਡ ਦਾ ਟਰਬਨ। ਪਰ ਜੇ ਮੈਂ ਟਰਬਨ ਦੀ ਗੱਲ ਕਰੂੰਗਾ, ਟਰਬਨ ਇਜ਼ ਔਨ ਮਾਈ ਹੈਡ। ਸਾਡੇ ਸਿਰ ਤੇ ਬੜਾ ਕਰ ਜਾ, ਇਨਟੂ ਕਿੱਦਾਂ ਹੋਊਗਾ, ਤਾਂ ਔਨ ਹੀ ਹੋਊਗਾ, ਸੌਰੀ ਇਨ ਹੀ ਹੋਊਗਾ। ਇਹ ਚੀਜ਼ ਦਾ ਧਿਆਨ ਦੇਣਾ ਪੈਣਾ। ਇਨ, ਔਨ, ਆਫ, ਐਟ ਕਿੱਥੇ ਲੱਗਣੇ, ਬਹੁਤ ਸਿੰਪਲ ਜਿਹੇ, ਬਹੁਤ ਮਾਈਨਰ ਜਿਹੇ ਮਿਸਟੇਕਸ ਹੈ। ਇਹ ਜਿਹੜੇ ਸੀਗੇ ਸਾਡੇ ਬੇਸਿਕ। ਹੁਣ ਕੋਈ ਵੀ ਸੈਂਟੈਂਸ ਲਗਾ ਲਓ ਤੁਸੀਂ, ਕੋਈ ਵੀ ਗੱਲ ਸਾਡੀ ਕਿੱਥੋਂ ਸ਼ੁਰੂ ਹੋਈ ਸੀ ਵੀ ਕੋਈ ਵੀ ਇੱਕ ਸੈਂਟੈਂਸ ਹੈ ਤੁਹਾਡਾ, ਠੀਕ ਹੈ। ਰੱਬ ਕਰ ਦਵਾਂ, ਆਈਡੀਆ ਹੈਗਾ ਹਾਂਜੀ। ਵੀਡੀਓ ਤਾਂ ਸ਼ੂਟ ਹੋਈ ਹੈ, ਆ ਜਿਹੜਾ ਹੁਣੇ ਗਰੁੱਪ ਦੇ ਵਿੱਚ ਵੀ ਪਾ ਦੇਣਾ ਤਾਂ ਕਿ ਤੁਹਾਨੂੰ ਜਾ ਕੇ ਰਿਵੀਜ਼ਨ ਹੁੰਦੇ ਰਹੋ, ਠੀਕ ਹੈ। ਹੁਣ ਦੇਖੋ ਕੋਈ ਵੀ ਸੈਂਟੈਂਸ ਹੈ, ਹੁਣ ਆਪਾਂ 8 ਪਾਰਟ ਆਫ ਸਪੀਚ ਡਿਸਕਸ ਕੀਤੇ ਨੇ ਜੀ। 8 ਪਾਰਟ ਆਫ ਸਪੀਚ ਦੇ ਵਿੱਚ ਕਦੀ ਵੀ 2 ਪਾਰਟ ਇਕੱਠੇ ਨਹੀਂ ਲੱਗੂਗੇ, ਵਿੱਚ ਕੁਝ ਲਾਉਣਾ ਪੈਣਾ। ਮਤਲਬ 2 ਨਾਉਨ ਇਕੱਠੇ ਨਹੀਂ ਲੱਗ ਸਕਦੇ, 2 ਵਰਬ ਇਕੱਠੇ ਨਹੀਂ ਲੱਗ ਸਕਦੇ, 2 ਪ੍ਰਪੋਜੀਸ਼ਨਾਂ ਇਕੱਠੀਆਂ ਨਹੀਂ ਲੱਗ ਸਕਦੀਆਂ, 2 ਨਹੀਂ ਹੋ ਸਕਦੇ ਕਦੀ। ਮਤਲਬ 2 ਮੁੰਡੇ ਇਕੱਠੇ ਨਹੀਂ ਬੈਠੂਗੇ, 2 ਕੁੜੀਆਂ ਇਕੱਠੀਆਂ ਨਹੀਂ ਬੈਠੂਗੀਆਂ। ਜੇ 2 ਮੁੰਡੇ ਇਕੱਠੇ ਬੈਠੇ ਤਾਂ ਵਿੱਚ ਇੱਕ ਕੁੜੀ ਬਿਠਾਉਂਗੇ, ਜੇ 2 ਕੁੜੀਆਂ ਇਕੱਠੀਆਂ ਬੈਠੀਆਂ ਤਾਂ ਵਿੱਚ ਇੱਕ ਮੁੰਡਾ ਬਿਠਾਉਂਗੇ। 2 ਇਕੱਠੇ ਕਦੀ ਨਹੀਂ ਆਉਗੇ। ਜਦੋਂ ਤੁਹਾਡੇ 2 ਇਕੱਠੇ ਆ ਜਾਂਦੇ ਤੁਹਾਡਾ ਰੌਲਾ ਹੋ ਜਾਂਦਾ। ਹੁਣ 2 ਇਕੱਠੇ ਕਦੀ ਨਹੀਂ ਆਉਣੇ। ਹੁਣ ਤੇ ਕੋਈ ਵੀ ਇੱਕ ਸੈਂਟੈਂਸ ਬੋਲੋ, ਹੈ ਨਾ। अब ਆਪਾਂ ਕਹਿੰਦੇ she went to school with her father by car। ਹੁਣ ਉਹ ਜਿਹੜੀਆਂ 8 ਚੀਜ਼ਾਂ ਆਪਾਂ ਡਿਸਕਸ ਕੀਤੀਆਂ, 8 ਦੀਆਂ ਹੋ ਸਕਦਾ 8 ਚੋਂ 5 ਇੱਥੇ ਹੈ, 8 ਚੋਂ 4 ਇੱਥੇ ਜਾਂ 8 ਚੋਂ 2 ਇੱਥੇ ਹੈ, ਪਰ ਹੈਗੀਆਂ ਉਹਨਾਂ 8 ਦੇ ਵਿੱਚੋਂ ਹੀ। ਮਤਲਬ ਚਿਕਨ ਬਣਾ ਲਓ, ਆਂਡੇ ਬਣਾ ਲਓ, ਭੁਰਜੀ ਬਣਾ ਲਓ, ਗੋਭੀ ਬਣਾ ਲਓ, ਪੈਣੇ ਉਹੀ ਹੈ, ਹਲਦੀ, ਪਿਆਜ਼, ਟਮਾਟਰ, ਨਮਕ, ਬੇਸਿਕ ਸਭ ਇਨਗਰੀਡੀਐਂਟ ਉਹੀ। ਹੁਣ ਇਹ ਤੇ ਕੋਈ ਇੱਕ ਚੀਜ਼ ਦਾ ਆਪਾਂ ਨੂੰ ਪਤਾ। ਜਿਹੜਾ ਸ਼ੀ ਹੈ ਉਹ ਹੈਗਾ ਪ੍ਰੋਨਾਉਨ, ਵੈਂਟ ਹੈਗਾ ਵਰਬ, ਟੂ ਹੈਗੀ ਪ੍ਰਪੋਜੀਸ਼ਨ, ਸਕੂਲ ਹੈਗਾ ਨਾਉਨ, ਵਿਦ ਹੈਗੀ ਪ੍ਰਪੋਜੀਸ਼ਨ। ਹਰ ਜਿਹੜਾ ਮੇਰਾ ਹੈਗਾ ਹੈ ਪ੍ਰੋਨਾਉਨ। ਫਾਦਰ ਹੈ ਮੇਰਾ ਨਾਉਨ, ਇਹ ਹੈ ਮੇਰੀ ਪ੍ਰਪੋਜੀਸ਼ਨ। ਕਾਰ ਹੈ ਤਾਂ ਨਾਉਨ। ਹੁਣ ਤੁਸੀਂ ਇਹ ਦੇਖ ਲਓ ਵੀ ਤੁਹਾਡੇ ਸਾਹਮਣੇ ਲਿਖਿਆ ਹੋਇਆ ਪ੍ਰੋਵਰਬ, ਵਰਬ, ਪੀ, ਐਨ, ਪੀ ਇਕੱਠੇ ਕੋਈ ਨਹੀਂ ਹੈਗੇ। ਤੁਸੀਂ ਕਹਿਣਾ ਪੀਪੀ ਹੈ ਤਾਂ ਪ੍ਰੋਨਾਉਨ ਦੀ ਪੀ ਹੈ। ਹੁਣ ਇੱਥੇ ਇੱਕ ਚੀਜ਼ ਹੋਰ ਪਰਮਾਨੈਂਟਲੀ ਲਾਈਫ 'ਚ ਸਮਝੋ, ਪਰਮਾਨੈਂਟਲੀ 90% ਸਬਜੈਕਟ ਇੱਕੋ ਹੀ ਹੋਊਗਾ, ਸਬਜੈਕਟ ਇੱਕੋ ਹੀ ਆਊਗਾ ਤੁਹਾਨੂੰ। ਵਰਬ ਵੀ ਆਲਮੋਸਟ ਇੱਕੋ ਹੀ ਹੋਊਗਾ, ਇੱਕ ਸੈਂਟੈਂਸ 'ਚ ਵਰਬ ਇੱਕੋ ਹੀ ਹੋਊਗਾ, ਮਤਲਬ ਇੱਕ ਘਰ 'ਚ ਇੱਕੋ ਹੀ ਰਾਜਾ। ਪਰ ਜਿਹੜੀ ਇਹ ਪ੍ਰਪੋਜੀਸ਼ਨ ਹੈ ਨਾ, ਉਹ 2 ਹੋ ਸਕਦੀਆਂ, 3 ਹੋ ਸਕਦੀਆਂ, 4 ਹੋ ਸਕਦੀਆਂ, 5 ਹੋ ਸਕਦੀਆਂ, ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਇਹ 'ਚ ਦੇਖੋ ਕਿੰਨੀਆਂ ਪ੍ਰਪੋਜੀਸ਼ਨ ਲੱਗੀ, ਟੂ ਵੀ ਲੱਗੀ ਹੈ, ਵਿਦ ਵੀ ਲੱਗੀ ਹੈ, ਬਾਈ ਵੀ ਲੱਗੀ ਹੈ, ਪਰ ਇੱਕੋ ਐਟ ਅ ਟਾਈਮ ਨਹੀਂ ਹੈ ਇਹ ਸਾਰੇ। ਆਈ ਐਮ ਔਨ ਇਨ ਦਾ ਸਕੂਲ, ਆਈ ਐਮ ਔਨ ਇਨ ਦਾ ਸਕੂਲ, ਇਹ ਕਿੱਦਾਂ ਹੋ ਗਿਆ, ਔਨ ਵੀ ਲੱਗੀ, ਇਹਨੂੰ ਵੀ ਲੱਗੀ। ਇਹਨਾਂ ਚੀਜ਼ਾਂ ਨੂੰ ਬੇਸਿਕਸ ਹੈ ਤੁਹਾਡੇ, ਮਤਲਬ ਇਹ ਜੜਾ ਹੈ ਤੁਹਾਡੀ। ਜੇ ਇਹਨਾਂ ਨੂੰ ਪਾਣੀ ਪ੍ਰੋਪਰ ਰੋਜ਼ ਅਗਲਾ ਦੂਗਾ। ਵੀਡੀਓ ਹੁਣ ਮੈਂ ਤੁਹਾਡੇ ਗਰੁੱਪ ਵਿੱਚ ਸ਼ੇਅਰ ਕਰੂੰਗਾ, ਠੀਕ ਹੈ। 2-3 ਵਾਰੀ 4 ਵਾਰੀ ਇਹਨੂੰ ਦੇਖ ਲਿਓ। ਉਹਦਾ ਮੇਰਾ ਵੀਡੀਓ YouTube ਤੇ ਵੀ ਅਵੇਲੇਬਲ ਹੈ ਆਲਰੇਡੀ। ਪਰ ਅੱਜ ਆਪਾਂ ਥੋੜਾ ਜਿਹਾ ਹੋਰ ਡਿਟੇਲ 'ਚ ਡਿਸਕਸ ਕਰਾਂਗੇ। ਇੱਦਾਂ ਹੀ ਆਪਾਂ ਪ੍ਰਪੋਜੀਸ਼ਨਸ ਨੂੰ ਡਿਸਕਸ ਕਰਾਂਗੇ, ਠੀਕ ਹੈ ਜੀ। ਕੋਈ ਬੇਸਿਕ ਅੰਡਰਸਟੈਂਡਿੰਗ ਬਣੀ। ਦੇਖੋ ਇਹ ਬਹੁਤ ਮਤਲਬ ਮਾੜੀ ਗੱਲ ਹੈ ਅੱਜ ਦੇ ਸਟੂਡੈਂਟ ਨੂੰ, ਜੇ ਉਹਨੂੰ ਇਹ ਨਹੀਂ ਪਤਾ ਵੀ ਐਡਜੈਕਟਿਵ ਕੀ ਹੈ, ਐਡਵਰਬ ਕੀ ਹੈ। ਹੁਣ ਇੱਥੇ ਸਾਡਾ ਲਾਸਟ ਗੱਲ ਜਿਹੜੀ, ਉਹ ਕੀ ਜ਼ਿਆਦਾ ਰੌਲਾ ਹੁੰਦਾ, ਜਦੋਂ ਵੀ ਕੋਈ ਵਰਡ ਆਉਂਦਾ ਨਾ, ਜਦੋਂ ਵੀ ਕੋਈ ਵਰਡ ਆਉਂਦਾ, ਹੁਣ ਤੁਸੀਂ ਫੇਰ ਗੱਲ ਕਰ ਰਹੇ ਨਾ, ਕਹਿਣਾ ਸਰ ਵਾਰ-ਵਾਰ ਰੀਡਿੰਗ ਦੇ ਉੱਤੇ ਆ ਜਾਂਦੇ ਆ, ਠੀਕ ਹੈ। ਹੁਣ ਦੇਖੋ she was driving her car dash ਆਗੇ। ਆ ਤੁਹਾਡੀ ਫਿਲਿੰਗ ਦੀ ਬਲੈਂਕਸ ਆਇਆ, ਬੁੱਕਸ। ਆ ਤੁਹਾਡਾ ਆ ਗਿਆ ਕੈਟਰਿੰਗ, ਆ ਤੁਹਾਡਾ ਆ ਗਿਆ ਸਲੋਲੀ, ਆ ਤੁਹਾਡਾ ਆ ਗਿਆ ਬੋਰਡ, ਆ ਤੁਹਾਡਾ ਆ ਗਿਆ ਪੇਪਰ। ਹੁਣ ਆਹ ਸੈਂਟੈਂਸ ਤੁਹਾਨੂੰ ਦੂਰ ਹੀ ਦੱਸਦਾ ਪਿਆ she was driving her car, ਇਹਦਾ ਮਤਲਬ ਇਹ ਤਾਂ ਐਲਵਾਈ ਵਾਲਾ ਸ਼ਬਦ ਹੈ। ਹੁਣ ਤੁਹਾਨੂੰ ਪਤਾ ਤਾਂ ਹੋਵੇ ਵੀ ਸਲੋਲੀ ਇੱਥੇ ਲੱਗਾ ਹੈ, ਜੇ ਤੁਹਾਨੂੰ ਪਤਾ ਹੋਊਗਾ ਵੀ ਐਡਵਰਬ ਲੱਗਣਾ ਤਾਂ ਹੀ ਤੁਸੀਂ ਉੱਥੇ ਚੱਕੋਗੇ।
ਕਿੰਨੀ ਆਪਾਂ ਨੂੰ ਪਰੇਸ਼ਾਨੀ ਹੁੰਦੀ ਹਾਏ ਫਿਲਿੰਗ ਦੀ ਬਲੈਂਕਸ ਦੇ ਅੰਦਰ ਵਿਦ ਆਪਸ਼ਨ ਨਹੀਂ ਹੁੰਦੀਆਂ, ਕਿਉਂਕਿ ਆਪਾਂ ਪ੍ਰੋਪਰ ਗ੍ਰਾਮਰ ਦਾ ਸਹਾਰਾ ਨਹੀਂ ਲੈਂਦਾ। और जब मैं तो डैश पाया है ना, डैश पाया रीडिंग इन द मॉर्निंग आर रेड इन द मॉर्निंग, मतलब सवेरे पढ़िया जाती हैं। और सवेरे की पढ़िया जाऊगी कैटरिंग, स्लोली तो आ ही नहीं सकता, एलवाई वाले ना तो कभी सेंटेंस स्टार्ट ही नहीं होता, मोरे फुल स्टॉप लगा के बैठा है, अगे वो खालिस्तान चढ़ गया, पेपर आर रेड इन द मॉर्निंग हो सकता, बोल्ड मेरा है, ये तो मेरा नाउन भी है, मेरा वर्ब भी है, ठीक है। कैटरिंग नहीं हो सकता तो फिर बुक्स ज़्यादा कनेक्शन वाला है, क्योंकि रीड कनेक्शन है। तो साढ़े को आंसर पेपर भी हो सकता, आंसर साढ़े को बुक्स भी हो सकता, वो फिर असं पहले से देख लाएंगे। आप ग्रामर का आप पूरा आनंद नहीं ले पाते, वो प्रॉपर आप यूज नहीं कर पाते। शी इज गोइंग टू, और लास्ट सिंपल एग्जांपल है, ठीक है। शी इज गोइंग टू, टू तो बाद हमेशा नाउन आना चाहिए, टू तो बाद आउंदा ही नाउन है। और शी इज गोइंग टू ऑफिस, शी इज गोइंग टू मार्केट, शी इज गोइंग टू लाइब्रेरी, शी इज गोइंग टू लैब, जिथे भी हो किते चली है ना वो, तुसी की लेना, तुसी पूरा पैराग्राफ पढ़ के देखो गई किथे सी स्कूल, चाहे वो पहली लाइन चाहे वो दूसरी चाहे तीसरी, किथे जा रही सी वो उस टाइम। दैट इज द आंसर। शी इज गोइंग टू शॉपिंग मॉल, हो सकता पैरा इधर का भी द वेदर वाज वेरी बैड, शी फर्स्ट ऑफ ऑल शी थॉट ऑफ टू गो टू स्कूल, बट लेटर ऑन शी चेंज्ड हर मूड एंड शी वेंट टुवर्ड्स हर मदर्स होम, शी वेंट टुवर्ड्स हर मदर्स होम। फिर वो गई कितने सी, शी इज गोइंग टू, शी वाज कितने, क्योंकि आप पास्ट डिस्कस कर रहे, शी वाज गोइंग टू हर मदर्स होम, हो सकता तीसरी लाइन से जाके मिले। ਹੁਣ ਆਪਾਂ ਨੂੰ ਕੀ, ਆਪਾਂ ਨੂੰ ਐਡਿਕਸ਼ਨ ਹੋ ਗਈ ਹੈ ਵੀ ਹਾਂ ਜੇ ਆਪਾਂ ਫਿਲਿੰਗ ਦੀ ਬਲੈਂਕਸ ਕਰਦੇ ਤਾਂ ਪਹਿਲੀ ਲਾਈਨ ਦੇ ਵਿੱਚ ਹੀ ਮਿਲ ਜੂਗੀ। ਫਿਰ ਸਟੂਡੈਂਟ ਕਹਿੰਦਾ ਜੀ ਆਪਾਂ ਨੂੰ ਲੋਕੇਸ਼ਨ ਤਾਂ ਮਿਲ ਜਾਂਦੀ ਸਰ, ਸ਼ਬਦ ਨਹੀਂ ਮਿਲਦਾ। ਸ਼ਬਦ ਇਸ ਕਰਕੇ ਨਹੀਂ ਮਿਲਦਾ ਜਦੋਂ ਆਪਾਂ ਪ੍ਰੋਪਰ ਆਪਾਂ ਦਾ ਯੂਜ਼ ਨਹੀਂ ਕਰਦੇ ਗ੍ਰਾਮਰ ਦਾ, ਠੀਕ ਹੈ ਜੀ। ਗ੍ਰਾਮਰ ਦਾ ਪ੍ਰੋਪਰ ਯੂਜ਼ ਕਰਾਂਗੇ ਤਾਂ ਫਿਰ ਜਿਹੜਾ ਸਾਡਾ ਸਿਸਟਮ ਹੈ ਉਹ ਠੀਕ ਰਹੇਗਾ। ਹਰ ਚੀਜ਼ ਅੱਜ ਆਪਾਂ ਪ੍ਰੈਕਟਿਸ ਕਰਨੀ ਹੈ ਕਲਾਸ ਦੇ ਵਿੱਚ ਫਿਲਿੰਗ ਦੀ ਬਲੈਂਕਸ ਦੀ, बुक 2 ਦੀ ਫਿਲਿੰਗ ਦੀ ਬਲੈਂਕਸ ਦੀ, ਸਾਰੀਆਂ ਫਿਲਿੰਗ ਦੀ ਬਲੈਂਕਸ ਔਰ ਤੁਹਾਨੂੰ ਇੱਕ ਇੱਕ ਚੀਜ਼ ਦਿਖਾਊਂਗਾ। ਦੇਖੋ ਇੱਥੇ ਗ੍ਰਾਮਰ ਦੀ ਇੰਡੀਕੇਸ਼ਨ ਕੀ ਦੇ ਰਹੀ ਹੈ, ਆਪਾਂ ਪੈਰਾ ਵੀ ਗੋਲੀ ਮਾਰਾਂਗੇ ਬਾਅਦ ਚ ਪੜਾਂਗੇ, ਪਹਿਲਾਂ ਆਪਾਂ ਵੈਸੇ ਹੀ ਆਈਡੀਆ ਲਗਾ ਲਵਾਂਗੇ। ਇਹ ਯਾਰ 6-7 ਫਿਲਿੰਗ ਦੀ ਬਲੈਂਕਸ ਹੈ, 2 ਤਾਂ ਤੁਹਾਡੀਆਂ ਵੈਸੇ ਹੀ ਹੋ ਜਾਣੀਆਂ, 3-4 ਪੜ੍ਹ ਕੇ ਕਰ ਲਾਂਗੇ ਜਾਂ ਗ੍ਰਾਮਰ ਤੋਂ ਸਕੋਪ ਲੈ ਲਾਂਗੇ। ਹੁਣ ਉਹਨੇ ਫਾਰ ਐਗਜ਼ਾਮਪਲ ਉਹਨੇ ਇੱਥੇ ਹੈਡ ਲਗਾ ਦਿੱਤਾ, ਸ਼ੀ ਹੈਡ ਡੈਸ਼, ਮੈਨੂੰ ਪਤਾ ਹੀ ਹੈ ਹੈਡ ਤੋਂ ਬਾਅਦ ਵਰਬ ਦੀ ਥਰਡ ਫਾਰਮ ਆਉਂਦੀ, ਮੈਂ ਤਾਂ ਸ਼ਬਦ ਹੀ, ਮੈਂ ਤਾਂ ਵਰਬ ਲੱਭਦਾ ਪਿਆ, ਪਰ ਹਾਂ ਹੁਣ ਇੱਥੇ ਪ੍ਰੋਬਲਮ ਕੀ ਫਸ ਗਈ, ਮੈਨੂੰ ਪਤਾ ਹੋਵੇ ਵੀ ਵਰਬ ਤੇ ਨਾਉਨ ਹੈ ਕੀ। ਹੁਣ ਉੱਥੇ ਲਿਖਿਆ ਹੈ ਸ਼ਟ, ਹੁਣ ਸ਼ਟ ਮੈਨੇ ਕੀ ਹੈ, ਜੇ ਸਾਨੂੰ ਨਹੀਂ ਪਤਾ ਵੀ ਸ਼ਟ, ਹੁਣ ਸ਼ਟ ਦੀ ਸਾਨੂੰ ਫਾਰਮ ਨਹੀਂ ਹੁੰਦੀ, ਸ਼ਟ 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 ਪੁੱਟ 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 ਇਦਾਂ ਹੀ ਹੁੰਦੀ। ਸ਼ੀ ਹੈਡ ਸ਼ਟ ਦਾ ਡੋਰ, ਮਤਲਬ ਉਹਨੇ ਡੋਰ ਨੂੰ ਕੀ ਕੀਤਾ, ਜਾਂ ਉਹ ਨੌਕਡ ਕਰੂਗੀ ਜਾਂ ਉਹ ਸ਼ਟ ਕਰੂਗੀ ਜਾਂ ਬ੍ਰੇਕ ਕਰੂਗੀ, ਬ੍ਰੇਕ ਬ੍ਰੋਕਨ ਆ ਜਾਊਗਾ ਫਿਰ ਉੱਥੇ, ਜਾਂ ਉਹਨੂੰ ਲਿਫਟ ਕਰੂਗੀ, ਲਿਫਟ ਲਿਫਟਡ ਲਿਫਟਡ, ਮਤਲਬ ਕੋਈ ਵਰਬ ਹੈ, ਹੈਡ ਤੋਂ ਬਾਅਦ ਕੋਈ ਵਰਬ ਹੈ। ਤਾਂ ਜਿੰਨੇ ਥੱਲੇ ਸਾਨੂੰ ਆਪਸ਼ਨਸ ਦਿੱਤੀਆਂ ਹੋਣੀਆਂ, ਜੇ ਵਿਦ ਆਪਸ਼ਨ ਵਾਲਾ ਵੀ ਅਸੀਂ ਸਵਾਲ ਕਰਦੇ, ਜੇ ਉਹਨੇ ਥੱਲੇ ਆਪਸ਼ਨਸ ਦਿੱਤੀਆਂ ਹੋਈਆਂ ਤਾਂ ਵੀ ਤਾਂ ਅਸੀਂ ਉਹਨੂੰ ਯੂਜ਼ ਕਰ ਹੀ ਸਕਦੇ, ਤਾਂ ਵੀ ਤਾਂ ਅਸੀਂ ਉਹ ਚੋਂ ਵਰਬ ਲੱਭਣਾ ਕਿਹੜਾ, ਉਹ ਲਾਈਨ 'ਚ ਪੂਰੀ ਪੜ੍ਹੀ ਜਾਓ ਵੀ ਕਿੱਥੇ ਵਰਬ ਦੀ ਥਰਡ ਫਾਰਮ ਲੱਗੀ ਹੈ, ਦੈਟ ਇਜ਼ ਦਾ ਆਨਸਰ। ਹੋ ਸਕਦਾ ਉਹਨੇ ਥੋੜਾ ਜਿਹਾ ਘੁਮਾਇਆ ਕਰਾਵਾ, ਇੰਨਾ ਕੁ ਆਪਾਂ ਇਹਨਾਂ ਚੀਜ਼ਾਂ 'ਤੇ ਧਿਆਨ ਦੇਣਾ। ਇਹ ਸਾਡੇ ਬੇਸਿਕ ਪਾਰਟਸ ਆਫ ਦੀ ਸਪੀਚ ਹੈ। ਪਲੀਜ਼ ਇਸ ਚੀਜ਼ ਨੂੰ ਵਾਰ-ਵਾਰ ਸੁਣਨਾ, ਵਾਰ-ਵਾਰ ਅੰਡਰਸਟੈਂਡ ਕਰਨਾ, ਫਿਰ ਆਪਾਂ ਬਾਕੀ ਗੱਲ ਕਰਾਂਗੇ ਨੈਕਸਟ ਵਿੱਚ। ਥੈਂਕ ਯੂ ਸੋ ਮਚ।